ਮੰਤਰੀ ਸਾਹਿਬ ਦੇ ਜਿਹੜਾ ਹੁਕਮਾਂ ਦੇ ਅਨੁਸਾਰ ਉਹਦੇ 'ਚ ਪਿਛਲੇ 2 ਹਫ਼ਤਿਆਂ ਦੇ ਵਿੱਚ ਪੰਜਾਬ ਦੇ ਵਿੱਚ ਟੋਟਲ ਜਿਹੜੀਆਂ FIR ਦਰਜ ਹੋਈਆਂ ਨੇ ਉਹ 406 FIR ਦਰਜ ਹੋਈਆਂ ਐਂਡ ਉਹਦੇ 'ਚ 513 ਅਕਿਊਜ਼ ਜਿਹੜੇ ਅਰੈਸਟ ਹੋਏ ਆ। ਇਹਦੇ ਵਿੱਚੋਂ ਜਿਹੜੀਆਂ ਕਮਰਸ਼ੀਅਲ ਕੁਆਂਟੀਟੀ ਦੀਆਂ FIR ਨੇ ਉਹ 42 FIR ਦਰਜ ਹੋਈਆਂ ਔਰ 61 ਜਿਹੜੇ ਆ 61 ਜਿਹੜੇ ਆ ਵੱਡੇ ਸਮਗਲਰ ਜਿਹੜੇ ਅਰੈਸਟ ਹੋਏ ਆ। ਮੀਡੀਅਮ ਕੁਆਂਟੀਟੀ ਦੀਆਂ 320 ਐਂਡ ਸਮਾਲ ਕੁਆਂਟੀਟੀ ਦੀਆਂ ਜਿਹੜੀਆਂ ਨੇ 43 FIR ਦਰਜ ਹੋਈਆਂ। ਟੋਟਲ FIR ਦੇ ਵਿੱਚ ਸਭ ਤੋਂ ਵੱਧ FIR ਜਿਹੜੀਆਂ ਲੁਧਿਆਣਾ ਕਮਿਸ਼ਨਰੇਟ ਦੇ ਵਿੱਚ 30 ਦਰਜ ਹੋਈਆਂ, ਫਿਰੋਜ਼ਪੁਰ ਦੇ ਵਿੱਚ 30 ਔਰ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ 29 FIR ਦਰਜ ਹੋਈਆਂ। ਇਸੇ ਤਰ੍ਹਾਂ ਕਮਰਸ਼ੀਅਲ ਕੁਆਂਟੀਟੀ ਦੀਆਂ ਜਿਹੜੀਆਂ FIR ਦਰਜ ਹੋਈਆਂ ਉਹਦੇ 'ਚ ਹੁਸ਼ਿਆਰਪੁਰ 'ਚ 4, ਲੁਧਿਆਣਾ ਕਮਿਸ਼ਨਰੇਟ 'ਚ 4, ਅੰਮ੍ਰਿਤਸਰ ਰੂਰਲ ਦੇ ਵਿੱਚ 4। ਰਿਕਵਰੀ ਜਿਹੜੀ ਪਿਛਲੇ 2 ਹਫ਼ਤਿਆਂ ਦੇ ਵਿੱਚ ਹੋਈ ਹੈ ਉਹਦੇ ਵਿੱਚ ਹੈਰੋਇਨ ਦੀ 42 ਕਿਲੋ ਦੀ ਰਿਕਵਰੀ ਹੈ, OPM ਦੀ 17 ਕਿਲੋ ਦੀ ਰਿਕਵਰੀ ਹੈ, ਪੌਪੀ ਹਸਕ ਦੀ 919 ਕਿਲੋ ਦੀ ਰਿਕਵਰੀ ਹੈ, ਗਾਂਜਾ 12 ਕਿਲੋ ਦੀ ਰਿਕਵਰੀ ਹੈ, ਨਾਰਕੋਟਿਕ ਪਾਊਡਰ ਜਿਹੜਾ ਹੈ ਮਿਸਲੀਨੀਅਸ ਉਹ 3 ਕਿਲੋ ਦੀ ਰਿਕਵਰੀ ਹੈ ਔਰ ਟੈਬਲੇਟਸ ਤੇ ਮੈਡੀਕਲ ਜਿਹੜੀਆਂ ਪਿਲਸ ਨੇ ਇੰਜੈਕਸ਼ਨਸ ਵਗੈਰਾ ਦੀ ਉਹ 74,017 ਦੀ ਰਿਕਵਰੀ ਹੈ। ਡਰੱਗ ਮਨੀ ਜਿਹੜੀ ਆ ਉਹ 14,80,320 ਰੁਪਏ ਜਿਹੜੀ ਹੈ ਡਰੱਗ ਮਨੀ ਦੀ ਰਿਕਵਰੀ ਹੋਈ ਹੈ ਔਰ POs ਦੇ ਖਿਲਾਫ ਜਿਸ ਤਰ੍ਹਾਂ NDPS ਐਕਟ POs ਦੇ ਖਿਲਾਫ ਜਿਹੜਾ ਸਪੈਸ਼ਲ ਕੈਂਪੇਨ ਚੱਲ ਰਿਹਾ ਪਿਛਲੇ 2 ਹਫ਼ਤਿਆਂ ਦੇ ਵਿੱਚ 46 ਜਿਹੜੇ ਨੇ PO NDPS ਐਕਟ 'ਤੇ ਫੜੇ ਆ। ਤੋ ਇਸ ਤਰ੍ਹਾਂ ਹੁਣ ਤੱਕ ਜਿਹੜੇ ਟੋਟਲ NDPS ਐਕਟ ਦੇ PO ਆ ਉਹ 429 PO ਫੜੇ ਜਾ ਚੁੱਕੇ ਆ। ਉਹ ਕਾਫੀ ਵੱਡੀ ਮਾਤਰਾ ਦੇ ਵਿੱਚ ਪਿਛਲੇ 2 ਹਫ਼ਤਿਆਂ 'ਚ ਵੀ ਚੰਗੀ ਪ੍ਰੋਗਰੈਸ ਹੋਈ ਆ। ਪਰ ਵੀਕ ਦੇ ਹਿਸਾਬ ਨਾਲ 23 ਦੇ ਆਸ-ਪਾਸ ਜਿਹੜੇ ਆ ਉਹ PO ਫੜੇ ਆ। ਇਸ ਸੰਬੰਧ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਹਦਾਇਤਾਂ ਨੇ ਕਿ ਡਰੱਗਸ ਦੇ ਜਿਹੜੇ PO ਨੇ NDPS ਐਕਟ ਦੇ ਵਿੱਚ ਜਿਹੜੇ PO ਨੇ ਉਹਨਾਂ ਦੇ ਉੱਤੇ ਸਭ ਤੋਂ ਵੱਧ ਫੋਕਸ ਕੀਤਾ ਜਾਵੇ ਔਰ ਉਹਦੇ ਉੱਤੇ ਲਗਾਤਾਰ ਜਿਹੜਾ ਕੈਂਪੇਨ ਆ ਉਹ ਪੰਜਾਬ ਪੁਲਿਸ ਦਾ ਜਾਰੀ ਆ। ਉਸਦੇ ਉੱਤੇ ਡਰੱਗ ਮਨੀ ਜਿਹੜੀ ਪਿਛਲੇ 2 ਹਫ਼ਤਿਆਂ ਦੀ ਉਹ 14,80,000 ਰੁਪਏ ਜਿਹੜੀ ਰਿਕਵਰੀ ਹੋਈ ਹੈ। ਲਾਸਟ ਟਾਈਮ ਜਿਹੜੀ ਮੁੰਬਈ ਫੋਟੋ ਜਿਹੜੀ ਕਾਫੀ ਜ਼ਿਆਦਾ ਫਿਰੋਜ਼ਪੁਰ ਦਾ ਅੰਕਲ ਆ ਉਹਦੇ ਵਿੱਚ ਸਰ ਕੋਈ ਸਾਹਮਣੇ ਆਇਆ ਹੋਵੇ ਹੋਰ ਕਿਹੜੇ? ਨਹੀਂ, ਉਹਦੇ ਵਿੱਚ ਫਰਦਰ ਨਹੀਂ ਕੋਈ ਡਿਵੈਲਪਮੈਂਟ। ਉਹਦੇ ਵਿੱਚ ਉਹ ਗੁਰਦਾਸਪੁਰ ਦੇ ਵਿੱਚ 2 ਬੰਦੇ ਫੜੇ ਗਏ ਸੀਗੇ, ਮੇਨ ਉਹੀ ਸੀਗੇ ਜਿਹੜੇ ਇਸ ਏਰੀਏ ਦੇ ਵਿੱਚ ਉਹਨਾਂ ਨੇ ਹੀ ਸਪਲਾਈ ਕਰਨੀ ਸੀ, ਉਹ 2 ਬੰਦਿਆਂ ਨੇ ਹੀ। ਹੋਰ ਤੁਹਾਡਾ ਕੋਈ ਸਵਾਲ ਹੋਵੇ ਜੀ ਕਿਸੇ ਇਸ਼ੂ ਨੂੰ ਲੈ ਕੇ? ਸਰ ਜਿਹੜਾ ਪਿਛਲੇ ਕੱਲ ਸਰਕੂਲਰ ਜਿਹੜਾ ਸੌਂਗ ਨੂੰ ਲੈ ਕੇ ਗਾਣੇ ਨੂੰ ਲੈ ਕੇ ਜਿਹੜਾ ਜਿਹੜੇ ਮੁਕੱਦਮੇ ਦਰਜ ਹੋਏ ਸੀ ਸਿੰਗਰਸ ਦੇ ਖਿਲਾਫ ਜੀ ਜੀ ਅੰਮ੍ਰਿਤ ਮਾਨ ਜਿਹੜਾ ਸੌਂਗ ਉਹਨਾਂ ਦਾ ਕੀ ਸਟੇਟਸ ਹੈ ਸਰ? ਉਹ ਲੌਜੀਕਲ ਲੈਣ ਤੇ ਨਹੀਂ ਉਹਦਾ ਦੇਖਣਾ ਪਏਗਾ। ਦੇਖੋ, ਇਹ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਕੁਝ ਜਾਰੀ ਕੀਤੀਆਂ ਗਈਆਂ ਨੇ ਉਹ ਕੱਲ੍ਹ ਦਾ ਮੀਡੀਆ ਦੇ ਵਿੱਚ ਆਪਾਂ ਦੇਖਿਆ ਵੀ ਆ। ਇੱਕ ਤਾਂ ਉਹਦੇ ਵਿੱਚ ਇਹ ਹੈਗਾ ਕਿ ਜਿੰਨੇ ਵੀ ਆਮ ਲਾਇਸੈਂਸਿਸ ਇਸ਼ੂ ਹੋਏ ਹੁਣ ਤੱਕ ਉਹਨਾਂ ਦਾ ਜਿਹੜਾ ਇਹ 3 ਮਹੀਨੇ ਦੇ ਅੰਦਰ ਅੰਦਰ ਸਾਰੇ ਲਾਇਸੈਂਸਿਸ ਦਾ ਇੱਕ ਵਾਰੀ ਰਿਵਿਊ ਕੀਤਾ ਜਾਵੇ। ਉਹਦੇ 'ਚ ਦੇਖਿਆ ਜਾਵੇ ਕਿ ਜੇ ਕਿਸੇ ਗਲਤ ਅਨਸਰ ਨੂੰ ਜਾਰੀ ਹੋਇਆ ਹੈ ਤਾਂ ਉਹਨੂੰ ਐਜ਼ ਪਰ ਰੂਲਸ ਜਿਹੜਾ ਉਹਨੂੰ ਸਸਪੈਂਡ ਜਾਂ ਰਿਵੋਕ ਕੀਤਾ ਜਾਵੇ। ਸੋ ਇਹਦੇ 'ਚ ਮੈਂ ਦੱਸਣਾ ਚਾਹੂੰਗਾ ਕਿ ਆਰਮਜ਼ ਐਕਟ ਦੇ ਵਿੱਚ ਆਲਰੇਡੀ ਪ੍ਰੋਵੀਜ਼ਨਸ ਹੈਗੀਆਂ ਹੈ। ਸੈਕਸ਼ਨ 17 ਦੇ ਵਿੱਚ ਪ੍ਰੋਵੀਜ਼ਨਸ ਆ ਜਿਹਦੇ ਵਿੱਚ ਆਪਾਂ ਲਾਇਸੈਂਸ ਜਿਹੜਾ ਉਹ ਰਿਵੋਕ ਜਾਂ ਸਸਪੈਂਡ ਕਰ ਸਕਦੇ ਹਾਂ। ਉਹਦੇ ਵਿੱਚ ਕੁਝ ਕੰਡੀਸ਼ਨਸ ਦਿੱਤੀਆਂ ਹੋਈਆਂ ਹੈ। ਸੋ ਉਹ ਕੰਡੀਸ਼ਨਸ ਦੇ ਮੱਦੇਨਜ਼ਰ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਹੀ ਜਿਹੜਾ ਹਥਿਆਰ ਨੇ ਉਹਨਾਂ ਦਾ ਪਬਲਿਕ ਡਿਸਪਲੇ ਜਿਹੜਾ ਹੈ ਜਨਤਕ ਜਿਹੜਾ ਪ੍ਰਦਰਸ਼ਨ ਆ ਉਹਦੇ ਉੱਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਜਾਵੇ। ਸੋਸ਼ਲ ਮੀਡੀਆ ਦੇ ਉੱਤੇ ਵੀ ਲਾਗੂ ਹੋਵੇ ਜਿਹੜੀਆਂ ਹਦਾਇਤਾਂ ਨੇ। ਉਸ ਤੋਂ ਇਲਾਵਾ ਜਿਹੜੇ ਇਹੋ ਜਿਹੇ ਗੀਤ ਆ ਜਿਹੜੇ ਹਥਿਆਰਾਂ ਦੀ ਜਾਂ ਹਿੰਸਾ ਦੀ ਵਡਿਆਈ ਕਰਦੇ ਆ ਉਹਨਾਂ ਗੀਤਾਂ ਦੇ ਉੱਤੇ ਵੀ ਪਾਬੰਦੀ ਲਾਈ ਜਾਵੇ। ਫਿਰ ਜਨਤਕ ਇਕੱਠ ਜਿੱਦਾਂ ਧਾਰਮਿਕ ਸਮਾਗਮ ਆ, ਕੋਈ ਵਿਆਹ ਪਾਰਟੀਆਂ ਕੋਈ ਹੋਰ ਇਹੋ ਜਿਹੇ ਸਮਾਗਮ ਆ ਉੱਥੇ ਵੀ ਹਥਿਆਰ ਲਿਜਾਣ ਦੇ ਉੱਤੇ ਪੂਰਨ ਤੌਰ 'ਤੇ ਜਿਹੜੀ ਹੈ ਪਾਬੰਦੀ ਲਗਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਜਿਹੜੀ ਅਚਨਚੇਤ ਜਿਹੜੀ ਸਰਪ੍ਰਾਈਜ਼ ਚੈਕਿੰਗ ਆ ਜਿਹੜੀ ਕਿ ਅੱਗੇ ਵੀ ਪੰਜਾਬ ਪੁਲਿਸ ਵੱਲੋਂ ਚੱਲਦੀ ਰਹਿੰਦੀ ਆ ਉਹਨੂੰ ਹੋਰ ਜਿਹੜਾ ਅਗਰੈਸਿਵ ਕਰਨ ਦੀ ਜ਼ਰੂਰਤ ਆ। ਜਿਹੜੀਆਂ ਹਦਾਇਤਾਂ ਜਿਹੜੀਆਂ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ। ਸਿਮਿਲਰਲੀ ਜਿਹੜੀਆਂ ਹੇਟ ਸਪੀਚਿਸ ਆ ਜਿਹਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੀਆਂ ਵੀ ਹਦਾਇਤਾਂ ਆਈਆਂ ਪਿੱਛੇ, ਹੇਟ ਸਪੀਚਿਸ ਦੇ ਉੱਤੇ ਵੀ ਜਿੱਥੇ ਕੋਈ ਹੇਟ ਸਪੀਚ ਦੀ ਗੱਲ ਆਉਂਦੀ ਆ ਉੱਥੇ ਕਾਨੂੰਨ ਦੇ ਅਨੁਸਾਰ ਜੋ ਕਾਰਵਾਈ ਬਣਦੀ ਕੀਤੀ ਜਾਵੇ। ਇਹ ਜਿਹੜੀਆਂ ਹਦਾਇਤਾਂ ਵਾ ਇਹਦੇ ਵਿੱਚ ਫਰਦਰ ਆਰਡਰ ਇਸ਼ੂ ਹੋਣਗੇ। ਜਿੱਥੇ ਰੈਵਨਿਊ ਪੁਲਿਸ ਡਿਸਟ੍ਰਿਕਟ ਨੇ ਉੱਥੇ ਡਿਪਟੀ ਕਮਿਸ਼ਨਰ ਵੱਲੋਂ 144 'ਚ ਆਰਡਰ ਇਸ਼ੂ ਹੋਣਗੇ। ਜਿੱਥੇ ਕਮਿਸ਼ਨਰੇਟ ਨੇ ਉੱਥੇ ਕਮਿਸ਼ਨਰਸ ਦੇ ਵੱਲੋਂ 144 ਦੇ ਆਰਡਰ ਇਸ਼ੂ ਹੋਣਗੇ ਬਕਾਇਦਾ। ਸੋ ਇਹ ਇੱਕ ਹਦਾਇਤਾਂ ਸਰਕਾਰ ਵੱਲੋਂ ਦਿੱਤੀਆਂ ਗਈਆਂ। ਇਹਨਾਂ ਨੂੰ ਫਰਦਰ
ਐਜ਼ ਪਰ ਰੂਲਸ 144 ਦੇ ਤਹਿਤ ਆਰਡਰ ਕਰਕੇ ਜਾਰੀ ਕਰਕੇ ਇਹਨਾਂ ਨੂੰ ਇੰਪਲੀਮੈਂਟ ਕੀਤਾ ਜਾਏਗਾ। 2019 ਚ ਹਾਈ ਕੋਰਟ ਨੇ ਵੀ ਇਦਾਂ ਦੀਆਂ ਡਾਇਰੈਕਸ਼ਨਸ ਦਿੱਤੀਆਂ ਸੀਗੀਆਂ petition ਨਹੀਂ ਤੇ ਉਹੀ ਹੁਣ ਇਹਨਾਂ ਨੂੰ ਉਸ ਚੀਜ਼ ਨੂੰ ਆਪਾਂ ਰੀਟਰੇਟ ਕੀਤਾ ਹੈ ਕਿ ਇੱਕ ਵਾਰੀ ਡਿਪਟੀ ਕਮਿਸ਼ਨਰਸ ਵੱਲੋਂ ਇੱਕ ਵਾਰੀ 144 ਦੇ ਆਰਡਰ ਹੋ ਜਾਣਗੇ, ਫਿਰ ਇਹਨਾਂ ਹਦਾਇਤਾਂ ਦੇ ਮੱਦੇਨਜ਼ਰ ਜਿਹੜੇ ਇਹੋ ਜਿਹੇ ਗਾਣੇ ਹੈਗੇ ਆ ਉਹਦੇ ਉੱਤੇ ਜੋ ਦੇਖੋ ਲਾਅ ਦੇ ਮੁਤਾਬਕ ਕਾਰਵਾਈ ਹੋਣੀ ਹੈ। ਜਿਹੜੀਆਂ ਹਦਾਇਤਾਂ ਹੁੰਦੀਆਂ ਇੱਕ ਤਰ੍ਹਾਂ ਦੀਆਂ ਹੁੰਦਾ ਕਿ ਇਸ ਚੀਜ਼ ਦੇ ਉੱਤੇ ਅਮਲ ਕੀਤਾ ਜਾਵੇ, ਸੋ ਉਹ ਹੁਣ ਸ਼ੁਰੂ ਹੋਏਗਾ ਅਮਲ करना फर्दर। सर ये बात तो हो गई लाइसेंस जो हथियार है, जो गैर लाइसेंसी हथियार जो अवैध हथियार है, 2 लाख से ज़्यादा जो जी। 2 लाख से ज़्यादा अवैध हथियार पंजाब में मौजूद है, उनको रोकने के लिए क्या ਨਹੀਂ किया? ਉਹਦੇ ਵਾਸਤੇ ਜਿਹੜੇ ਆਪਾਂ ਸਰਪ੍ਰਾਈਜ਼ ਚੈਕਿੰਗ ਦੀ ਆਪਾਂ ਗੱਲ ਕੀਤੀ ਹੈ ਕਿ ਅਚਨਚੇਤ ਚੈਕਿੰਗ ਕੀਤੀਆਂ ਜਾਣ। ਉਹਦੇ ਵਿੱਚ ਅਚਨਚੇਤ ਚੈਕਿੰਗ 'ਚ ਕਈ ਤਰ੍ਹਾਂ ਦੀ ਚੈਕਿੰਗ ਆਉਂਦੀ ਹੈ, ਜਿੱਦਾਂ ਨਾਕਾਬੰਦੀ ਕਰਕੇ ਆਪਾਂ ਰੋਡ ਮੂਵਮੈਂਟ ਦੇ ਉੱਤੇ ਜਦੋਂ ਉਸ ਤੋਂ ਚੈਕਿੰਗ ਕਰਦੇ ਹਾਂ। ਫਿਰ ਸਪੈਸ਼ਲ ਕੈਂਪੇਨਸ, ਸਪੈਸ਼ਲ ਜਿਹੜੇ ਸਰਚ ਆਪਰੇਸ਼ਨਸ ਚਲਾਏ ਜਾਣ ਅਲੱਗ-ਅਲੱਗ ਏਰੀਆਜ਼ ਦੇ ਵਿੱਚ। ਔਰ ਇਹਦੇ ਵਿੱਚ ਜਿਹੜੀਆਂ ਸਾਡੀਆਂ ਸਪੈਸ਼ਲਾਈਜ਼ਡ ਏਜੰਸੀਜ਼ ਨੇ ਜਿੱਦਾਂ ਇੰਟਰਨਲ ਸਿਕਿਉਰਿਟੀ ਆ, ਕਾਊਂਟਰ ਇੰਟੈਲੀਜੈਂਸ ਆ, ਉਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਆ। ਉਹ ਵੀ ਇਸ ਚੀਜ਼ ਦੇ ਉੱਤੇ ਲੱਗੇ ਹੋਏ ਆ ਕਿਉਂਕਿ ਦੋ ਪੱਖ ਆ ਗਏ ਨਾ, ਇੱਕ ਤਾਂ ਲਾਇਸੈਂਸਡ ਵੈਪਨ ਆ। ਲਾਇਸੈਂਸਡ ਵੈਪਨ ਦਾ ਮਿਸਯੂਜ਼ ਰੋਕਣ ਦੇ ਉੱਤੇ ਹਦਾਇਤਾਂ ਹੈ ਕਿ ਉਹਦਾ ਮਿਸਯੂਜ਼ ਨਾ ਕੀਤਾ ਜਾਵੇ। ਦੂਸਰਾ ਹੈਗਾ ਕਿ ਜਿਹੜੇ ਅਨਲਾਇਸੈਂਸਡ ਤੇ ਅਨਆਥੋਰਾਈਜ਼ਡ ਵੈਪਨਸ ਆ ਉਹਦੇ ਉੱਤੇ ਤਾਂ ਆਲਰੇਡੀ ਲਾਅ ਹੈਗਾ ਹੀ ਆ, ਉਹਦੇ ਉੱਤੇ ਤਾਂ ਸਖਤੀ ਕੀਤੀ ਜਾ ਰਹੀ ਹੈ। ਹਜੇ ਵੀ ਜਿਹੜਾ ਸਾਈਬਰ ਸੈੱਲ ਹੈ ਕੀ ਕਰ ਰਿਹਾ ਹੈ, ਕਿਉਂਕਿ ਜਿਹੜੇ ਸੋਸ਼ਲ ਮੀਡੀਆ ਤੇ ਜੋ ਗੈਂਗਸਟਰ ਦੀ ਫੋਟੋ ਲਾ ਕੇ ਉਹਦੇ ਉੱਤੇ ਜਿਹੜਾ ਰਾਠੀ ਜੀ ਹੁਣ ਇਸੇ ਕਰਕੇ ਹਦਾਇਤਾਂ ਸਪੈਸੀਫਿਕ ਹਦਾਇਤਾਂ ਜਾਰੀ ਕੀਤੀਆਂ ਹੈ। ਹੁਣ ਉਸ 'ਤੇ ਵੀ ਕੰਮ ਕਰਨਾ ਸ਼ੁਰੂ ਕਰਾਂਗੇ ਅੱਗੇ ਫਰਦਰ, ਕਿਉਂਕਿ ਹੁਣ ਤੱਕ ਕੋਈ ਸਪੈਸੀਫਿਕ ਇੰਸਟਰਕਸ਼ਨ ਨਹੀਂ ਸੀਗੀਆਂ। ਹੁਣ ਇਹਦੇ ਬਾਰੇ 'ਚ ਸਪੈਸੀਫਿਕ ਹਦਾਇਤਾਂ ਦਿੱਤੀਆਂ। 144 ਦੇ ਆਰਡਰ ਦਾ ਇਹੀ ਹੁੰਦਾ ਹੈ ਕਿ ਉਹਨੂੰ ਇੱਕ ਮਾਨਤਾ ਮਿਲ ਜਾਂਦੀ ਹੈ ਕਿ ਵੀ ਜਿਹੜਾ ਵੀ ਬੰਦਾ ਉਹਦੀ ਵਾਇਲੇਸ਼ਨ ਕਰੇਗਾ ਉਹਦੇ ਖਿਲਾਫ 188 ਦੇ ਤਹਿਤ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਬਾਕੀ ਜਿਹੜਾ ਲਾਅ ਲਾਗੂ ਹੁੰਦਾ ਉਹਦੇ ਤੋਂ ਤਾਂ ਹੈ ਹੀ ਆ, ਜਿਹੜੇ ਐਕਟ ਜਿਹੜੇ ਸੈਕਸ਼ਨਸ ਲਾਗੂ ਹੁੰਦੇ ਆ ਉਹ ਤਾਂ ਹੈ ਹੀ ਆ, ਪਰ ਜੇ ਕੋਈ ਇਹਦੀ ਵਾਇਲੇਸ਼ਨ ਕਰੇਗਾ ਨਾਲ 188 ਆਈਪੀਸੀ ਵੀ ਲੱਗਦੀ ਉਹਦੇ ਉੱਤੇ। ਸੋ ਕਈ ਜਗ੍ਹਾ ਦੇ ਉੱਤੇ ਐਸ ਸੱਚ ਲਾਅ ਦੇ ਵਿੱਚ ਪ੍ਰੋਵੀਜ਼ਨ ਨਹੀਂ ਲੱਭਦੀ, ਪਰ ਜਦੋਂ ਸਪੈਸੀਫਿਕ ਹਦਾਇਤਾਂ ਡਿਪਟੀ ਕਮਿਸ਼ਨਰਸ ਵੱਲੋਂ ਔਰ ਕਮਿਸ਼ਨਰਸ ਵੱਲੋਂ ਜਾਰੀ ਹੋ ਜਾਣਗੀਆਂ ਉਸ ਦੇ ਉੱਤੇ ਇੱਕ ਸਪੈਸੀਫਿਕ ਸੈਕਸ਼ਨ ਵੀ ਇਨਵੋਕ ਹੋਣਾ ਸ਼ੁਰੂ ਹੋ ਜਾਏਗਾ ਇਹਦੇ ਉੱਤੇ। ਸਰ ਇਸ ਤੋਂ ਇਲਾਵਾ ਫਰੀਦਕੋਟ ਜਿਹੜਾ ਹੋਇਆ ਡੇਰਾ ਪ੍ਰੇਮੀ ਦਾ, ਉਹਦੇ ਵਿੱਚ ਹੁਣ ਸਬ ਇੰਸਪੈਕਟਰ ਦੇ ਬੇਟੇ ਦਾ ਵੀ ਰੋਲ ਆ ਨਹੀਂ ਉਹਦੇ ਵਿੱਚ ਰਾਠੀ ਜੀ ਪੁਲਿਸ ਬਹੁਤ ਸਾਰੇ ਲੋਕਾਂ ਨੂੰ ਬੁਲਾ ਰਹੀ ਆ ਕਿਉਂਕਿ ਉਹਦੇ 'ਚ ਕਈ ਪਹਿਲੂ ਨੇ, ਕਈ ਥਾਵਾਂ ਤੋਂ ਉਹਨਾਂ ਨੂੰ ਲੌਜਿਸਟਿਕ ਸਪੋਰਟ ਮਿਲੀ, ਕਈ ਥਾਵਾਂ ਦੇ ਡਾਊਟ ਆ ਕੇ ਉਹਨਾਂ ਨੂੰ ਹਾਰਬਰ ਕਰਾਇਆ ਕਿਸੇ ਨੇ। ਸੋ ਅਜੇ ਕਿਸੇ ਦਾ ਸਪੈਸੀਫਿਕ ਰੋਲ ਬਾਰੇ ਨਹੀਂ ਕਿਹਾ ਜਾ ਸਕਦਾ, ਬਟ ਬਹੁਤ ਸਾਰੇ ਲੋਕਾਂ ਨੂੰ ਬੁਲਾ ਰਹੀ ਆ। ਹੋ ਸਕਦਾ ਉਹਦੇ ਵਿੱਚ ਕੋਈ ਸਬ ਇੰਸਪੈਕਟਰ ਦਾ ਬੇਟਾ ਵੀ ਹੋਵੇ ਜਿਹਨੂੰ ਪੁਲਿਸ ਬੁਲਾ ਰਹੀ ਵੈਰੀਫਾਈ ਕਰਨ ਵਾਸਤੇ। ਜੇ ਕਿਸੇ ਦੀ ਸ਼ਮੂਲੀਅਤ ਪਾਈ ਜਾਏਗੀ, ਉਹ ਕਿਹਦਾ ਮਰਜ਼ੀ ਬੇਟਾ ਹੋਵੇ, ਜਿਹੜਾ ਮਰਜ਼ੀ ਬੰਦਾ ਹੋਵੇ, ਉਹਦੇ ਖਿਲਾਫ ਜੋ ਲੀਗਲ ਕਾਰਵਾਈ ਉਹਦੇ ਵਿੱਚ ਹੋਏਗੀ। ਸਰ ਹੇਟ ਸਪੀਚ ਦੀ ਤੁਸੀਂ ਗੱਲ ਕੀਤੀ ਕਿਉਂਕਿ ਹੇਟ ਸਪੀਚ ਪਹਿਲਾਂ ਕਰਕੇ ਤੇ ਕਾਫੀ ਲੋਕਾਂ ਨੇ ਗਨਮੈਨ ਵੀ ਲਿੱਤੇ ਹੋਏ ਸੀਗੇ, ਕਿ ਉਹ ਵਿਡਰਾਅ ਵੀ ਹੋ ਸਕਦੀ ਸੀ? ਨਹੀਂ ਦੇਖੋ ਉਹ ਚੀਜ਼ ਜਿਹੜੀ ਸਿਕਿਉਰਿਟੀ ਇੱਕ ਅਲੱਗ ਪਾਰਟ ਹੈ। ਸਟਾਫ ਸਾਹਿਬ ਸਿਕਿਉਰਿਟੀ ਦੀ ਰਿਵਿਊ ਤਾਂ ਆਲਰੇਡੀ ਚੱਲ ਹੀ ਰਿਹਾ ਵਾ ਕਿ ਕਿਹਨਾਂ ਨੂੰ ਜ਼ਰੂਰਤ ਹੈ, ਕਿਹਨਾਂ ਨੂੰ ਨਹੀਂ ਜ਼ਰੂਰਤ। ਕਈ ਬੰਦੇ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਜ਼ਰੂਰਤ ਹੋਏਗੀ। ਸੋ ਜਿਹੜਾ ਕਾਨੂੰਨ ਦੀ ਵਾਇਲੇਸ਼ਨ ਕਰੇਗਾ ਉਹਦੇ ਖਿਲਾਫ ਜੋ ਕਾਰਵਾਈ ਬਣਦੀ ਹੈ ਉਹ ਤਾਂ ਹੋਏਗੀ। ਸਿਕਿਉਰਿਟੀ ਵਾਲਾ ਪਾਰਟ ਜਿਹੜਾ ਅਲੱਗ ਪਾਰਟ ਆ, ਸਿਕਿਉਰਿਟੀ ਹਰ ਇੱਕ ਦੀ ਇੰਸ਼ੋਰ ਕਰਨਾ ਸਟੇਟ ਗਵਰਨਮੈਂਟ ਦੀ, ਸਟੇਟ ਪੁਲਿਸ ਦੀ ਜ਼ਿੰਮੇਵਾਰੀ ਆ। ਸੋ ਬਟ ਜੇ ਕੋਈ ਹੇਟ ਸਪੀਚ ਦੇ ਵਿੱਚ ਇੰਡਲਜ ਹੋਏਗਾ ਉਹਦੇ ਖਿਲਾਫ ਜੋ ਲਾਅ ਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ। सर जो नया नोटिफिकेशन हुआ उसमें रोक लगा दी गई है नए लाइसेंस लेने पर, लेकिन जिनको सेट होगा तो उनके लिए ਨਹੀਂ ਉਹਦੇ ਵਿੱਚ ਰੋਕ ਨਹੀਂ ਲਗਾਈ ਜੀ। ਉਹਦੇ ਵਿੱਚ ਇਹ ਕਿਹਾ ਹੈ ਕਿ ਉਹਨੂੰ ਪ੍ਰੋਪਰ ਐਨਾਲਾਈਜ਼ ਕਰਕੇ ਦਿੱਤਾ ਜਾਵੇ। ਜਿੱਦਾਂ ਹੁਣ ਜਿਹੜੇ ਵੈਪਨ ਲਾਇਸੈਂਸ ਨੇ ਉਹ ਡਿਸਟ੍ਰਿਕਟਸ ਦੇ ਵਿੱਚ ਡੀਸੀ ਜਾਰੀ ਕਰਦੇ ਆ, ਡਿਪਟੀ ਕਮਿਸ਼ਨਰ ਸਾਹਿਬਾਨ ਜਾਰੀ ਕਰਦੇ ਆ, ਪੁਲਿਸ ਕਮਿਸ਼ਨਰੇਟ ਦੇ ਵਿੱਚ ਕਮਿਸ਼ਨਰ ਪੁਲਿਸ ਜਾਰੀ ਕਰਦੇ ਆ। ਸੋ ਉਹਦੇ ਵਿੱਚ ਅਦਰਵਾਈਜ਼ ਵੀ ਲਾਅ ਦੇ ਵਿੱਚ ਪ੍ਰੋਵੀਜ਼ਨ ਹੈਗੀ ਆ ਕਿ ਜਦੋਂ ਆਪਾਂ ਕਿਸੇ ਨੂੰ ਲਾਇਸੈਂਸ ਦੇਣਾ ਹੈ ਦੇਅਰ ਸ਼ੁੱਡ ਬੀ ਗੁੱਡ ਰੀਜ਼ਨ ਫॉर ਗਿਵਿੰਗ ਅ ਲਾਇਸੈਂਸ। ਵੀ ਕੋਈ ਨਾ ਕੋਈ ਕਾਰਨ ਹੋਣਾ ਚਾਹੀਦਾ ਹੈ, ਜਿਹਨੂੰ ਆਪਾਂ ਪੰਜਾਬੀ 'ਚ ਕਹੀਏ ਕੋਈ ਰੀਜ਼ਨ ਹੋਣਾ ਚਾਹੀਦਾ ਉਹਦਾ। ਪੰਜਾਬੀ 'ਚ ਜੇ ਆਪਾਂ ਉਹਨੂੰ ਕਹੀਏ ਕਿ ਉਹ ਤੱਥਾਂ ਦੇ ਆਧਾਰਿਤ ਕਿਸੇ ਕਾਰਨ 'ਤੇ ਦਿੱਤਾ ਜਾਣਾ ਚਾਹੀਦਾ ਵਾ। ਸੋ ਉਹ ਜਿਹੜਾ ਆਪਾਂ ਗੁੱਡ ਰੀਜ਼ਨ ਦੀ ਗੱਲ ਕਰਦੇ ਉਹਨੂੰ ਪ੍ਰੋਪਰਲੀ ਅਸੈਸ ਕਰਕੇ ਦਿੱਤਾ ਜਾਵੇ। ਰੂਟੀਨ ਦੇ ਵਿੱਚ ਕੋਈ ਲਾਇਸੈਂਸ ਇਸ਼ੂ ਨਾ ਸਰ ਹੋਵੇ। ਇਹਦਾ ਮਤਲਬ ਕਿ ਜਿਹੜਾ ਬੇਵਜ੍ਹਾ ਜਿਹਦੇ ਕੋਲ ਸੀਗੇ ਉਹਨਾਂ ਨੂੰ ਐਨਾਲਾਈਜ਼ ਕੀਤਾ ਜਾ ਰਿਹਾ ਹੈ। ਦੇਖੋ ਜਿਹੜਾ ਸਸਪੈਂਸ਼ਨ ਜਾਂ ਰੈਵੋਕੇਸ਼ਨ ਦਾ ਪ੍ਰੋਸੀਜਰ ਇੱਕ ਅਲੱਗ ਪ੍ਰੋਸੀਜਰ ਆ। ਉਹਦੇ ਵਿੱਚ ਕਈ ਤਰ੍ਹਾਂ ਦੀਆਂ ਕੰਡੀਸ਼ਨਸ ਨੇ। ਉਹਦੇ ਵਿੱਚ ਮੈਂ ਤੁਹਾਨੂੰ ਇੱਕ ਮਸਲਨ ਤੌਰ 'ਤੇ ਮਤਲਬ ਐਗਜ਼ਾਮਪਲ ਤੌਰ 'ਤੇ ਦੱਸ ਦਿੰਦਾ, ਜਿੱਦਾਂ ਕਿਸੇ ਨੂੰ ਕਿਸੇ ਕੇਸ ਦੇ ਵਿੱਚ ਕਨਵਿਕਸ਼ਨ ਹੋਈ ਹੋਵੇ ਜਿਹਦੇ ਵਿੱਚ ਵਾਇਲੈਂਸ ਇਨਵੋਲਵਡ ਹੋਵੇ ਜਾਂ ਕੋਈ ਮੋਰਲ ਟਰਪਟੀਟਿਊਡ ਇਨਵੋਲਵਡ ਹੋਵੇ ਜਾਂ ਕਿਸੇ ਤੋਂ ਬੌਂਡ ਭਰਾਇਆ ਗਿਆ ਹੋਵੇ ਮੇਨਟੇਨੈਂਸ ਆਫ ਪੀਸ ਦਾ, ਜਿਹਨੂੰ ਆਪਾਂ 751 ਦੀ ਗੱਲ ਕਰਦੇ, ਜਿੱਦਾਂ ਆਪਾਂ ਨਾਰਮਲ ਲੇਮੈਨ 'ਚ 751 ਦੀ ਗੱਲ ਕਰਦੇ ਕਿ 10751 ਦੇ ਵਿੱਚ ਜੇ ਕਿਸੇ ਤੋਂ ਬੌਂਡ ਭਰਾਇਆ ਗਿਆ ਹੋਵੇ। ਇਸ ਤੋਂ ਇਲਾਵਾ ਹੋਰ ਵੀ ਕਈ ਰੀਜ਼ਨ ਹੁੰਦੇ ਆ, ਕੋਈ ਅਨਫਿਟ ਹੋਵੇ, ਕਿਸੇ ਕੋਈ ਅਨਸਾਊਂਡ ਮਾਈਂਡ ਦਾ ਹੋਵੇ। ਸੋ ਜਿਹੜੇ ਜਿੱਦਾਂ ਆਪਾਂ ਐਨਾਲਾਈਜ਼ ਕਰਦੇ ਹਾਂ ਹੁਣ ਕਿ 3 ਮਹੀਨਿਆਂ ਦਾ ਅਸੈਸ ਕੀਤਾ ਜਾਵੇ,
ਉਹਦੇ 'ਚ ਇਹ ਚੈੱਕ ਕੀਤਾ ਜਾਵੇ ਕਿ ਕਿਹੜੇ ਬੰਦੇ ਆ ਹੂ ਆਰ ਅਨਫਿਟ ਟੂ ਰਿਟੇਨ ਐਨ ਆਰਮ ਲਾਇਸੈਂਸ, ਉਹਨਾਂ ਨੂੰ ਐਗਜ਼ਾਮਿਨ ਕਰਕੇ ਉਹਨਾਂ ਦੇ ਲਾਇਸੈਂਸ ਜਿਹੜੇ ਨੇ ਉਹ ਸਸਪੈਂਡ ਜਾਂ ਰਿਵੋਕ ਕੀਤੇ ਸਰ ਜਾਣ। ਇੱਕ ਡੇਰਾ ਫਰੈਸ਼ ਲਾਇਸੈਂਸ ਜਿਹੜੇ ਇਸ਼ੂ ਕਰਨੇ ਆਪਾਂ, ਉਹਦੇ ਵਿੱਚ ਕੋਈ ਬਹੁਤ ਮਹੱਤਵਪੂਰਨ ਕਾਰਨ ਹੋਵੇ, ਉਹਦਾ ਰੂਟੀਨ ਦੇ ਵਿੱਚ ਜਾਰੀ ਨਾ ਹੋਣ ਲਾਇਸੈਂਸ। ਸੋ ਇਹ ਇੰਸਟਰਕਸ਼ਨਸ ਇਸ ਲਈ ਆ, ਜਿੱਦਾਂ ਹੁਣ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਵਾਰੀ ਪਾਵਰਸ ਡੈਲੀਗੇਟਡ ਹੁੰਦੀਆਂ ਹੈ, ਕੋਈ ਡਿਪਟੀ ਕਮਿਸ਼ਨਰ ਸਾਹਿਬਾਨ ਵੱਲੋਂ ਏਡੀਸੀ ਨੂੰ ਡੈਲੀਗੇਟਡ ਆ, ਕੋਈ ਕਮਿਸ਼ਨਰ ਸਾਹਿਬਾਨ ਵੱਲੋਂ ਡੀਸੀਪੀਜ਼ ਨੂੰ ਡੈਲੀਗੇਟਡ ਆ। ਇਹ ਹਦਾਇਤਾਂ ਦਾ ਇਹ ਹੈ ਕਿ ਉਹ ਆਪਣੇ ਲੈਵਲ ਤੇ ਡਿਪਟੀ ਕਮਿਸ਼ਨਰ, ਕਮਿਸ਼ਨਰ ਪੁਲਿਸ ਆਪ ਅਸੈਸ ਕਰਨ ਇੱਕ ਵਾਰੀ, फिर ही वेपन लाइसेंस जोड़े ने वो लागू किए जाते हैं। नोटिफिकेशन में एक इम्पोर्टेंट बात ये भी है कि जिनके पास लाइसेंस्ड हथियार भी हैं, अगर वो शो ऑफ करते हैं, क्योंकि पिछले कुछ दिनों में हमने देखा है कि पंजाब में ज़्यादातर इंस्टा रील्स बना रहे हैं, फेसबुक पे फोटोग्राफ डाल रहे हैं अपना एक रुआब जमाने के लिए, तो क्या उनके ऊपर क्या एक्शन लेने की तैयारी? नहीं ਉਹਦਾ ਵੀ ਇਹਦੇ ਵਿੱਚ ਇਹਦਾ ਪਾਰਟ ਹੀ ਹੈ ਜੀ। ਮਿਸਯੂਜ਼ ਇਨ ਐਨੀ ਫਾਰਮ, ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਕੋਈ ਮਿਸਯੂਜ਼ ਕਰੇਗਾ ਉਹਦੇ ਉੱਤੇ ਹਦਾਇਤਾਂ ਲਾਗੂ ਨੇ ਵਾਲੀਆਂ ਜਿਹੜੀਆਂ ਨੇ। ਸੋ ਆਮ ਲਾਇਸੈਂਸ ਜਿਹੜਾ ਕਿਸੇ ਨੂੰ ਦਿੱਤਾ ਜਾਂਦਾ ਉਹ ਪ੍ਰੋਟੈਕਸ਼ਨ ਵਾਸਤੇ ਦਿੱਤਾ ਜਾਂਦਾ, ਉਹਦਾ ਜਿਹੜਾ ਮੰਤਵ ਇਹ ਹੁੰਦਾ ਹੈ ਕਿ ਉਹ ਉਹਦੀ ਆਪਣੀ ਸੈਲਫ ਪ੍ਰੋਟੈਕਸ਼ਨ ਵਾਸਤੇ ਲੈਂਦਾ, ਬਟ ਉਹਦਾ ਮਿਸਯੂਜ਼ ਨਹੀਂ ਕਰ ਸਕਦਾ ਕੋਈ। ਸੋ ਉਹਦੇ ਉਹ ਚੈੱਕ ਕਰਾਂਗੇ। ਉਹੀ ਮੈਂ ਕਹਿ ਰਿਹਾ ਤਦੇ ਜਦੋਂ ਹਦਾਇਤਾਂ ਜਿਹੜੀਆਂ 144 ਦੀਆਂ ਹੋਣਗੀਆਂ ਨਾ ਜੀ, ਇੰਸਟਰਕਸ਼ਨਸ ਇਸ਼ੂ ਹੋਣਗੀਆਂ, ਉਹ ਹਦਾਇਤਾਂ ਦੀ ਜੇ ਕੋਈ ਵਾਇਓਲੇਸ਼ਨ ਕਰੇਗਾ ਤਾਂ ਉਹਦੇ ਖਿਲਾਫ 188 ਦੀ ਕਾਰਵਾਈ ਬਣ ਸਕਦੀ ਹੈ। ਸਰ ਇੱਕ ਡੇਰਾ ਪ੍ਰੇਮੀ ਕਤਲकांड ਦੇ ਵਿੱਚ ਦਿੱਲੀ ਪੁਲਿਸ 3 ਸ਼ੂਟਰਾਂ ਨੂੰ ਫੜ ਕੇ ਲੈ ਜਾਂਦੀ ਹੈ, ਕਮੀ ਪਤਾ ਲੱਗੀ ਕਿੱਥੇ ਪੰਜਾਬ ਪੁਲਿਸ ਦੇ ਵਿੱਚ ਕਿੱਥੇ ਕਮੀ? ਨਹੀਂ ਭਾਈ ਸਾਹਿਬ, ਇਹਦੇ 'ਚ ਕੋਈ ਕਮੀ ਨਹੀਂ ਹੁੰਦੀ। ਇਹ ਤਾਂ ਇੱਕ ਜਿਹੜਾ ਕੋਆਪਰੇਸ਼ਨ ਕੋਆਰਡੀਨੇਸ਼ਨ ਹੁੰਦਾ ਵਾ, ਬਹੁਤ ਸਾਰੇ ਇਹੋ ਜਿਹੇ ਆਪਰੇਸ਼ਨਸ ਆ ਜਿਹੜੇ ਇੰਟਰ ਸਟੇਟ ਚੱਲਦੇ ਰਹਿੰਦੇ ਆ। ਦਿੱਲੀ ਪੁਲਿਸ ਵੀ ਕਰਦੀ ਆ, ਪੰਜਾਬ ਪੁਲਿਸ ਵੀ ਕਰਦੀ ਆ। ਹੁਣ ਆਪਾਂ ਜਿੱਦਾਂ ਡਰੱਗਸ ਦਾ ਇੱਥੋਂ ਫੜ ਕੇ ਲਿਆਂਦੇ ਜਾਂ ਫੜਵਾਏ ਗੁਜਰਾਤ ਦੇ ਵਿੱਚ ਜਾਂ ਮਹਾਰਾਸ਼ਟਰ 'ਚ, ਉਹ ਕੋਈ ਕਿਸੇ ਪਰਟੀਕੂਲਰ ਪੁਲਿਸ ਦੀ ਕੋਈ ਕਮੀ ਨਹੀਂ ਹੁੰਦੀ। ਇਹ ਆਨਗੋਇੰਗ ਪ੍ਰੋਸੈਸ ਆ। ਇਸ ਦੇ ਬਾਰੇ ਪੁਲਿਸ ਨੂੰ ਪਤਾ ਸੀ ਕਿ ਸ਼ੂਟਰ ਨੂੰ ਫੜਨ ਦੇ ਲਈ ਦਿੱਲੀ ਪੁਲਿਸ ਆ ਰਹੀ? ਨਹੀਂ, ਉਹ ਉਹਨਾਂ ਦੀ ਦੇਖੋ, ਇਹ ਮੈਂ ਸਪੈਸੀਫਿਕ ਗੱਲ ਨਹੀਂ ਦੱਸ ਸਕਦਾ ਹੁਣ, ਕਿਉਂਕਿ ਇਹਦੇ 'ਚ ਇਹ ਚੀਜ਼ਾਂ ਹਰ ਚੀਜ਼ ਸ਼ੇਅਰ ਨਹੀਂ ਕੀਤੀ ਜਾ ਸਕਦੀ। ਬਟ ਕੋਈ ਕਿਸੇ ਨੂੰ ਜਦੋਂ ਕਿਤੋਂ ਫੜਦਾ ਇੱਕ ਜਗ੍ਹਾ ਤੋਂ, ਇਹ ਨਹੀਂ ਹੁੰਦਾ ਕਿ ਕਿਸੇ ਦਾ ਲੈਪਸ ਆ ਉਹਦੇ ਵਿੱਚ। ਇਹ ਹਮੇਸ਼ਾ ਜੁਆਇੰਟ ਐਫਰਟਸ ਹੁੰਦੇ ਆ। ਬਹੁਤ ਸਾਰੇ ਲੋਕ ਆ ਜਿਹੜੇ ਆਪਾਂ ਵੀ ਫੜ ਕੇ ਦੂਸਰੀਆਂ ਜਿਹੜੀਆਂ ਸਟੇਟ ਪੁਲਿਸ ਆ ਉਹਨਾਂ ਦੇ ਹਵਾਲੇ ਕਰਦੇ ਆ। ਕਈ ਵਾਰੀ ਆਪਣੀ ਪੁਲਿਸ ਵੀ ਦੂਜੀਆਂ ਸਟੇਟਸ ਦੇ ਵਿੱਚ ਜਾ ਕੇ ਕੋਈ ਸਪੈਸ਼ਲ ਆਪਰੇਸ਼ਨਸ ਕਰਦੀ ਆ, ਬਟ ਉਹ ਕਿਸ ਲੈਵਲ ਤੇ ਕਿਸ ਤਰੀਕੇ ਨਾਲ ਸ਼ੇਅਰ ਕੀਤੀ ਜਾਂਦੀ, ਹਰ ਚੀਜ਼ ਆਪਾਂ ਡਿਸਕਲੋਜ਼ ਨਹੀਂ ਕਰ ਸਕਦੇ। ਤਿੰਨਾਂ ਸ਼ੂਟਰਾਂ ਦੀ ਰਿਮਾਂਡ ਦੀ ਮੰਗ ਕੀਤੀ ਜਾ ਰਹੀ ਹੈ? ਉਹ ਕਰ ਰਹੇ ਆ ਜੀ। ਉਹਦੇ ਵਿੱਚ ਦੋ ਜਿਹੜੇ ਨੇ ਉਹ ਜੁਵੇਨਾਈਲਸ ਨੇ, ਔਰ ਇੱਕ ਜਿਹੜਾ ਹੈ ਉਹ ਮੇਜਰ ਆ ਸ਼ੂਟਰ। ਉਹਦੇ ਵਿੱਚ ਆਲਰੇਡੀ ਜਿਹੜੀ ਆ ਫਰੀਦਕੋਟ ਪੁਲਿਸ ਨੇ ਉਹ ਅਪਲਾਈ ਕੀਤਾ ਐਜ਼ ਪਰ ਪ੍ਰੋਸੀਜਰ, ਔਰ ਫਰਦਰ ਥੋੜਾ ਏਜ ਵੈਰੀਫਿਕੇਸ਼ਨਸ ਦਾ ਇਸ਼ੂ ਚੱਲ ਰਿਹਾ ਉਹਨਾਂ ਦਾ। ਜਿਹੜੇ ਜੁਵੇਨਾਈਲਸ ਨੇ, ਉਹ ਜਦੋਂ ਸੌਰਟ ਆਊਟ ਹੋਏਗਾ ਨਾਲ ਦੀ ਨਾਲ ਲਿਆਂਦਾ ਜਾਏਗਾ, ਔਰ ਲਿਆ ਕੇ ਫਿਰ ਫਰਦਰ ਇਨਵੈਸਟੀਗੇਸ਼ਨ ਹੋਏਗੀ ਉਹਦੇ ਸਰ ਵਿੱਚ। ਇੱਕ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਦਰਮਨ ਦਾ ਨਾਮ ਸਾਹਮਣੇ ਆ ਰਿਹਾ, ਜੋ ਕਿ ਇਹ ਵੀ ਦੱਸਿਆ ਜਾ ਰਿਹਾ ਕਿ ਕਾਫੀ ਲੰਬੇ ਸਮੇਂ ਤੋਂ ਭਾਲ ਸੀ। ਇਸ ਤਰੀਕੇ ਦੇ ਹੋਰ ਵੀ ਗੈਂਗਸਟਰ ਹੋਣਗੇ, ਇਸ ਤਰੀਕੇ ਦੇ ਹੋਰ ਵੀ? ਨਹੀਂ, ਦਰਪਨ ਦਾ ਨਾਮ ਪਹਿਲੀ ਵਾਰੀ ਨਹੀਂ ਆਇਆ ਜੀ। ਉਹ ਪਹਿਲੇ ਅੰਮ੍ਰਿਤਸਰ ਰੂਰਲ ਦੇ ਵਿੱਚ ਇੱਕ ਵਾਰੀ 44 ਵੈਪਨਸ ਫੜੇ ਗਏ ਸੀ 2021 ਦੇ ਵਿੱਚ, ਉਹਦੇ 'ਚ ਵੀ ਉਹਦਾ ਨਾਮ ਆਇਆ ਸੀ। ਸੋ ਐਜ਼ ਏ ਵੈਪਨ ਸਪਲਾਇਰ ਉਹਦਾ ਨਾਮ ਅੱਗੇ ਵੀ ਆ ਚੁੱਕਿਆ ਵਾ। ਸੋ ਇਸ ਕੇਸ ਦੇ ਵਿੱਚ ਵੀ ਜਿਹੜੀ ਪੁੱਛਗਿੱਛ ਦੇ ਵਿੱਚ ਹੈ ਕਿ ਉਹਦਾ ਕੁਛ ਨਾ ਕੁਛ ਰੋਲ ਵੈਪਨ ਸਪਲਾਈ ਦੇ ਵਿੱਚ ਹੈਗਾ ਹੈ। ਸੋ ਫਸਟ ਟਾਈਮ ਨਹੀਂ ਆਇਆ, ਪਹਿਲਾਂ ਵੀ। ਇਹ ਸਵਾਲ ਹੈ ਕਿ ਇਸ ਤਰੀਕੇ ਦੇ ਹੋਰ ਵੀ ਸ਼ੂਟਰ ਨਹੀਂ, ਸਾਰੇ ਬਹੁਤ ਸਾਰੇ ਨਹੀਂ। ਦੇਖੋ, ਕੱਲੇ ਬੰਦੇ ਬਾਰੇ ਨਾ ਜਦੋਂ ਕੋਈ ਇਸ਼ੂ ਆਉਂਦਾ ਉਦੋਂ ਹੀ ਆਪਾਂ ਉਹਦੇ ਬਾਰੇ ਦੱਸ ਸਕਦੇ ਹਾਂ। ਹੁਣ ਜਦੋਂ ਦਰਪਨ ਦੀ ਤੁਸੀਂ ਗੱਲ ਕੀਤੀ ਤਾਂ ਇਹ ਕੋਈ ਨਵਾਂ ਨਹੀਂ ਹੈ, ਪਹਿਲਾਂ ਵੀ ਇਹਦਾ ਨਾਮ ਆਇਆ ਸੀਗਾ। ਪਰ ਇਹ ਕਿਉਂਕਿ ਪੁਲਿਸ ਦੀ ਰਡਾਰ ਤੋਂ ਬਾਹਰ ਆਏ, ਕਿਸੇ ਹੋਰ ਕੰਟਰੀ ਦੇ ਵਿੱਚ ਬੈਠਾ ਹੋਇਆ ਹੈ। ਬਟ ਅਦਰਵਾਈਜ਼ ਉਸ ਕੇਸ 'ਚ ਵੀ ਨੋਮੀਨੇਟਡ ਹੈ। ਇੱਕ ਮਜੀਠਾ ਕਥੂ ਨੰਗਲ ਦੇ ਵਿੱਚ ਇੱਕ ਵਾਰੀ ਭਾਰੀ ਮਾਤਰਾ ਦੇ ਵਿੱਚ ਵੈਪਨ ਫੜੇ ਗਏ ਸੀ, ਉਹਦੇ ਵਿੱਚ ਵੀ ਇਹਦਾ ਨਾਮ ਸੀਗਾ, ਉਹਦੇ 'ਚ ਵੀ ਆਲਰੇਡੀ ਨੋਮੀਨੇਟਡ ਹੈਗਾ। ਸਰ ਇਹਦੇ ਵਿੱਚ ਨਾਲ ਦੀ ਨਾਲ ਡਰੋਨ ਐਕਟੀਵਿਟੀਜ਼ ਦੀ ਅਸੀਂ ਗੱਲ ਕਰ ਰਹੇ ਹਾਂ। ਲਾਸਟ 2021 ਤੋਂ ਹੁਣ ਕੰਪੇਅਰ ਕਰੀਏ ਤਾਂ ਕਹਿ ਸਕਦੇ ਕਰੀਬ ਵਧੀਆ ਹੈ ਜੀ, ਵਧੀਆ ਹੈ ਜੀ। ਤੇ ਉਹਦੇ ਵਿੱਚ ਹੁਣ ਪੁਲਿਸ ਕੀ ਕਰ ਰਹੀ? ਕਿਉਂਕਿ ਉਹਦੇ ਵਿੱਚ ਅੱਜ ਤੁਸੀਂ ਪੜ੍ਹਿਆ ਹੋਣਾ ਹੈ, ਜਿਹੜੇ ਡੀਜੀਪੀ BSF ਆ ਉਹਨਾਂ ਨੇ ਵੀ ਬੜੀ ਡਿਟੇਲ 'ਚ ਗੱਲ ਕੀਤੀ ਉਹਦੇ ਬਾਰੇ 'ਚ। ਉਹਦੇ 'ਚ ਜਿਹੜਾ ਪੰਜਾਬ ਪੁਲਿਸ ਨੇ ਵੀ ਪਿੱਛੇ ਆਪਾਂ ਇੱਕ ਟੀਮ ਬਣਾ ਕੇ ਅਲੱਗ-ਅਲੱਗ ਜਗ੍ਹਾ 'ਤੇ ਭੇਜੀ ਸੀਗੀ। ਉਹਦੇ 'ਤੇ ਜਿਹੜਾ ਮੇਨ ਹੁਣ ਫੋਕਸ ਆ ਦੋ ਚੀਜ਼ਾਂ 'ਤੇ। ਇੱਕ ਤਾਂ ਫੋਰੈਂਸਿਕ ਐਨਾਲਿਸਿਸ 'ਤੇ, ਕਿਉਂਕਿ ਡਰੋਨ ਜਦੋਂ ਆਪਾਂ ਕੋਈ ਫੜਦੇ ਆ ਉਹਦੇ ਵਿੱਚ ਜਿਸ ਤਰ੍ਹਾਂ ਕੰਪਿਊਟਰ ਦੇ ਵਿੱਚ ਚਿਪ ਲੱਗੀ ਹੁੰਦੀ ਨਾ, ਉਹਦੇ ਵਿੱਚੋਂ ਵੀ ਡਾਟਾ ਮਿਲ ਜਾਂਦਾ ਹੈ ਕਿ ਉਹਨੇ ਕਿਹੜਾ ਰੂਟ ਤੈਅ ਕੀਤਾ, ਕਿਸ ਲੈਟੀਟਿਊਡ ਲੌਂਗੀਟਿਊਡ 'ਤੇ ਉਹਨੇ ਡਿੱਗਣਾ ਸੀਗਾ। ਕਈ ਵਾਰੀ ਕੋਈ ਹੋਰ ਵੀ ਇੰਪੋਰਟੈਂਟ ਇਨਫੋਰਮੇਸ਼ਨ ਉਹਦੇ ਵਿੱਚ ਮਿਲਦੀ ਹੈ। ਸੋ ਇੱਕ ਤਾਂ ਫੋਰੈਂਸਿਕਸ 'ਤੇ ਜ਼ੋਰ ਦਿੱਤਾ ਜਾ ਰਿਹਾ ਵਾ। ਦੂਸਰਾ ਜਿਹੜਾ ਡਰੋਨ ਟੈਕਨੋਲੋਜੀ ਜਿਹੜੀ ਆ, ਮਤਲਬ ਡਰੋਨ ਨੂੰ ਕਾਊਂਟਰ ਕਰਨ ਵਾਸਤੇ ਉਹ ਆਲਰੇਡੀ ਜਿਹੜਾ ਏਜੰਡਾ ਤਿਆਰ ਕੀਤਾ ਜਾ ਰਿਹਾ, ਉਹਦੇ ਉੱਤੇ ਪੰਜਾਬ ਪੁਲਿਸ ਦੀ ਇੱਕ ਟੀਮ ਬਣੀ ਹੋਈ ਆ ਜਿਹੜੇ ਸਪੈਸੀਫਿਕਲੀ ਇਸ ਚੀਜ਼ ਦੇ ਉੱਤੇ ਵਰਕ ਕਰ ਰਹੇ ਆ। ਦੋ ਚੀਜ਼ਾਂ ਇਹਦੇ ਜਿੱਦਾਂ ਮੈਂ ਦੱਸਿਆ, ਇੱਕ ਤਾਂ ਡਰੋਨ ਨੂੰ ਰੋਕਣ ਵਾਸਤੇ ਕੀ ਕੀਤਾ ਜਾ ਸਕਦਾ, ਕਿ ਕੋਈ ਇਹੋ ਜਿਹੀ ਟੈਕਨੋਲੋਜੀ ਇਜਾਦ ਕੀਤੀ ਜਾਵੇ ਜਿਹਦੇ ਨਾਲ ਡਰੋਨ ਦੀ ਐਕਟੀਵਿਟੀ ਜਿਹੜੀ ਆ ਕਰਟੇਲ ਕੀਤੀ ਜਾਵੇ।
ਦੂਜਾ ਹੈਗਾ ਜੇ ਡਰੋਨ ਆ ਜਾਂਦਾ ਹੈ ਤਾਂ ਡਰੋਨ ਨੂੰ ਆਪਾਂ ਕੈਪਚਰ ਕਰਨ ਤੋਂ ਬਾਅਦ ਦੇ ਵਿੱਚ ਉਹਦਾ ਪ੍ਰੋਪਰ ਫੋਰੈਂਸਿਕ ਐਨਾਲਿਸਿਸ ਹੋਵੇ ਉਹਦਾ। ਸੋ ਇਹ ਦੋਨੇ ਪਹਿਲੂਆਂ ਦੇ ਉੱਤੇ ਕੰਮ ਕੀਤਾ ਜਾ ਰਿਹਾ। ਸਾਡੀ ਟੀਮ ਬਣੀ ਹੋਈ ਆ ਜਿਹੜੀ ਕਿ ਸਪੈਸ਼ਲੀ ਉਹਨਾਂ ਨੇ ਵੱਖ-ਵੱਖ ਏਜੰਸੀਆਂ ਦੇ ਨਾਲ ਵੱਖ-ਵੱਖ ਜਿਹੜੀਆਂ ਜਗ੍ਹਾ ਦੇ ਉੱਤੇ ਵਿਜ਼ਿਟ ਵੀ ਕੀਤਾ ਔਰ ਉਹ ਇੱਕ ਸੰਪੂਰਨ ਜਿਹੜੀ ਆ ਹੋਲਿਸਟਿਕ ਰਿਪੋਰਟ ਬਣਾ ਕੇ ਦੇ ਰਹੀ ਆ। ਉਹ ਆਲਰੇਡੀ ਜਿਹੜੀ ਆ ਸਾਡੀ ਸਟੇਟ ਗਵਰਨਮੈਂਟ ਆ ਉਹ ਸੈਂਟਰ ਦੇ ਨਾਲ ਵੀ ਟੇਕ ਅਪ ਕਰ ਰਹੀ ਹੈ ਇਸ ਚੀਜ਼ ਨੂੰ। ਸਰ ਟਾਰਗੇਟ ਕਿਲਿੰਗਸ ਨੂੰ ਲੈ ਕੇ ਕਿਉਂਕਿ ਹੋਰ ਵੀ ਨਿਸ਼ਾਨੇ ਤੇ ਨੇ ਹਿੰਦੂ ਨੇਤਾ ਜਿਨ੍ਹਾਂ ਦੀ ਟਾਰਗੇਟ ਕਿਲਿੰਗ ਨਹੀਂ ਦੇਖੋ ਇਹ ਕਿਹਾ ਨਹੀਂ ਜਾ ਸਕਦਾ ਬਟ ਓਵਰਆਲ ਇੱਕ ਜਿਹੜੇ ਸਾਡੇ ADGP ਸਿਕਿਉਰਿਟੀ ਨੇ ਉਹਨਾਂ ਨੇ ਪੂਰਾ ਇੱਕ ਵਾਰੀ ਸਿਕਿਉਰਿਟੀ ਰਿਵਿਊ ਵੀ ਕੀਤਾ। ਮੈਂ ਇਹ ਨਹੀਂ ਕਹਿ ਸਕਦਾ ਕੌਣ ਟਾਰਗੇਟ ਤੇ ਹੋ ਸਕਦੇ ਆ ਕਿਉਂਕਿ ਇਹ ਦੱਸਣਾ ਉਚਿਤ ਨਹੀਂ ਹੋਊਗਾ ਬਟ ਜਿਨ੍ਹਾਂ ਦੀ ਵੀ ਪੋਸੀਬਿਲਿਟੀ ਹੈਗੀ ਆ ਸਾਰਿਆਂ ਦਾ ਹੀ ਸਿਕਿਉਰਿਟੀ ਰਿਵਿਊ ਕੀਤਾ ਜਾ ਰਿਹਾ। ਦੋਵੇਂ ਚੀਜ਼ਾਂ ਕੀਤੀਆਂ ਜਾ ਰਹੀਆਂ, ਸਿਕਿਉਰਿਟੀ ਰਿਵਿਊ ਵੀ ਕੀਤਾ ਜਾ ਰਿਹਾ ਔਰ ਜਿਹੜੇ ਬੰਦੇ ਉਹਨਾਂ ਦੇ ਨਾਲ ਸਿਕਿਉਰਿਟੀ ਕਰਦੇ ਆ ਉਹਨਾਂ ਦੀ ਟ੍ਰੇਨਿੰਗ ਔਰ ਉਹਨਾਂ ਦੀ ਪ੍ਰੋਪਰ ਬਰੀਫਿੰਗ ਕਿ ਉਹਨਾਂ ਦੇ ਪਾਰਟ ਤੇ ਵੀ ਕੋਈ ਲੈਪਸ ਨਾ ਹੋਵੇ, ਦੋਨੇ ਚੀਜ਼ਾਂ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਇਹਦੇ ਸਰ ਵਿੱਚ। ਇੱਕ ਹੋਰ ਸਵਾਲ ਹੈ ਕਿਉਂਕਿ ਪਿਛਲੇ ਦਿਨਾਂ 'ਚ ਬਹੁਤ ਸਾਰੀ ਟਾਰਗੇਟ ਕਿਲਿੰਗ ਹੋਈ ਹੈ ਕਿ ਅੱਤਵਾਦ ਤੇ ਗੈਂਗਸਟਰ ਮਿਲ ਕੇ ਲੋਨ ਬੁੱਕ ਅਟੈਕ ਲੋਨ ਅਟੈਕ ਜਿਹੇ ਪੰਜਾਬ ਦੇ ਵਿੱਚ ਨਹੀਂ ਉਹ ਦੇਖੋ ਲੋਨ ਵੋਲਫ ਅਟੈਕ ਜਿਹੜਾ ਉਹਦੇ ਬਾਰੇ 'ਚ ਤਾਂ ਕੋਈ ਕਨਸਪੀਰੇਸੀ ਨਹੀਂ ਹੁੰਦੀ ਜੀ, ਉਹ ਤਾਂ ਅਚਾਨਕ ਹੋ ਸਕਦਾ ਹੈ ਬਟ ਤਦੇ ਮੈਂ ਕਹਿ ਰਿਹਾ ਕਿ ਜਿਹੜੇ ਟਾਰਗੇਟਸ ਜਿਨ੍ਹਾਂ ਦੀ ਪੋਸੀਬਿਲਿਟੀ ਹੈਗੀ ਆ ਉਹਨਾਂ ਦੀ ਸਿਕਿਉਰਿਟੀ ਤੇ ਸਭ ਤੋਂ ਵੱਧ ਜ਼ੋਰ ਦਿੱਤਾ ਜਾ ਰਿਹਾ ਔਰ ਫਰਦਰ ਉਹਨਾਂ ਦੇ ਨਾਲ ਜਿਹੜੇ ਸਿਕਿਉਰਿਟੀ ਕਰਦੇ ਆ ਉਹਨਾਂ ਦੀ ਟ੍ਰੇਨਿੰਗ ਦੇ ਉੱਤੇ ਔਰ ਉਹਨਾਂ ਨੂੰ ਅਟੈਂਟਿਵ ਰਹਿਣ ਵਾਸਤੇ ਉਹਨਾਂ ਦੀ ਪ੍ਰੋਪਰ ਬਰੀਫਿੰਗ ਦੇ ਉੱਤੇ ਉਹਦੇ ਉੱਤੇ ਵੀ ਜ਼ੋਰ ਦਿੱਤਾ ਜਾ ਰਿਹਾ। ਸਰ ਕਈ ਸ਼ਹਿਰਾਂ ਦਾ ਨਾਮ ਨਾ ਕਈ ਦਿਨਾਂ ਤੋਂ ਬਹੁਤ ਅੱਗੇ ਹੈ, ਖਾਸ ਤੌਰ ਤੇ ਜੇਕਰ ਅੰਮ੍ਰਿਤਸਰ ਦੀ ਗੱਲ ਕੀਤੀ, ਤੁਸੀਂ ਕਮਿਸ਼ਨਰ ਰਹਿ ਕੇ ਆਏ ਹੋ ਉੱਥੇ ਵੀ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ ਕਿ ਇਹਨਾਂ ਸ਼ਹਿਰਾਂ ਦੇ ਵਿੱਚ ਕੁਝ ਖਾਸ ਪੁਲਿਸ ਕਰਨ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਇਹ ਕ੍ਰਾਈਮ ਘਟੇ? ਦੇਖੋ ਦੋ ਤਿੰਨ ਚੀਜ਼ਾਂ ਆ ਗਈਆਂ ਨਾ ਜੀ ਕ੍ਰਾਈਮ ਦੇ ਵਿੱਚ। ਇੱਕ ਤਾਂ ਆ ਗਿਆ ਨਾਰਮਲ ਕ੍ਰਾਈਮ, ਜਿਵੇਂ ਆਪਾਂ ਕਹਿੰਦੇ ਕਿ ਜਿਹੜਾ ਰੂਟੀਨ 'ਚ ਜਿਹੜਾ ਕੋਈ ਥੈਫਟ ਹੋ ਗਈ, ਸਨੈਚਿੰਗ ਹੋ ਗਈ। ਇੱਕ ਹੈਗਾ ਜਿਹੜਾ ਸਪੈਸੀਫਿਕ ਜਿਸ ਤਰ੍ਹਾਂ ਦੇ 2 ਇਨਸੀਡੈਂਟਸ ਹੋਏ ਆ। ਸੋ ਦੋਨੇ ਪਹਿਲੂਆਂ ਦੇ ਉੱਤੇ ਤੋਜੋ ਦਿੱਤੀ ਜਾ ਰਹੀ ਹੈ। ਦੋਨੇ ਚੀਜ਼ਾਂ ਨੂੰ ਅਲੱਗ-ਅਲੱਗ ਤਰੀਕੇ ਦਾ ਦੇਖੋ, ਦੋਨੇ ਅਲਟੀਮੇਟਲੀ ਤਾਂ ਰੋਕਣ ਦਾ ਤਰੀਕਾ ਤਾਂ ਸੇਮ ਹੀ ਆ ਬਟ ਜਦੋਂ ਆਪਾਂ ਟਾਰਗੇਟ ਕਿਲਿੰਗ ਦੀ ਗੱਲ ਕਰਦੇ ਹਾਂ ਉਹਦੇ ਉੱਤੇ ਥੋੜ੍ਹਾ ਹੋਰ ਸਪੈਸੀਫਿਕ ਹੋਣ ਦੀ ਜ਼ਰੂਰਤ ਆ। ਸੋ ਉਹਦੇ ਵਾਸਤੇ ਸਾਰੇ ਹੀ ਕਮਿਸ਼ਨਰੇਟਸ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿੱਦਾਂ ਮੈਂ ਦੱਸਿਆ ADGP ਸਿਕਿਉਰਿਟੀ ਜਿਹੜੇ ਨੇ ਉਹ ਸਪੈਸੀਫਿਕਲੀ ਇਸ 'ਤੇ ਕੰਮ ਕਰ ਰਹੇ ਆ ਕਿਉਂਕਿ ਇਹ ਔਨਗੋਇੰਗ ਸਟਰਗਲ ਹੁੰਦੀ ਆ। ਜਿਹੜਾ ਬੰਦਾ ਕ੍ਰਿਮੀਨਲ ਆ ਉਹਨੇ ਹਮੇਸ਼ਾ ਕੋਸ਼ਿਸ਼ ਕਰਨੀ ਆ ਕੁਛ ਕੀਤਾ ਜਾਵੇ ਔਰ ਪੁਲਿਸ ਦਾ ਕੰਮ ਆ ਕਿ ਉਹਨੂੰ ਪ੍ਰੀਵੈਂਟ ਕਰਨਾ ਔਰ ਜੇ ਰੱਬ ਨਾ ਕਰੇ ਹੋਵੇ ਤਾਂ ਡਿਟੈਕਟ ਕਰਨਾ। ਸੋ ਸਾਰੇ ਪਹਿਲੂਆਂ ਦੇ ਉੱਤੇ ਕੰਮ ਕੀਤਾ ਜਾ ਰਿਹਾ। ਸਰ ਇੱਕ 28/10 ਨੂੰ ਇੱਕ FIR ਵੀ ਦਰਜ ਕੀਤੀ ਗਈ ਹੈ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਜਿਹੜੇ 11 ਲੋਕਾਂ ਦਾ ਨਾਮ ਹੈਗਾ। ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜਿਹੜੇ ਰਿਲੀਜੀਅਸ ਲੀਡਰਸ ਨੇ ਜਾਂ ਪੋਲੀਟੀਕਲੀ ਲੀਡਰਸ ਨੇ ਉਹਨਾਂ ਨੂੰ ਟਾਰਗੇਟ ਕਰਨ ਦੀ ਪੂਰੀ ਕੋਸ਼ਿਸ਼ ਸੀਗੀ ਤੇ ਉਸ ਨੂੰ ਲੈ ਕੇ FIR ਵੀ ਦਰਜ ਕੀਤੀ ਹੈ। ਯਾਨੀ ਕਿ ਪੁਲਿਸ ਨੂੰ ਹਾਲਾਂਕਿ ਪਤਾ ਹੈ ਕਿ ਕਿਸ ਤਰ੍ਹਾਂ ਦੀ ਟਾਰਗੇਟ ਕਿਲਿੰਗ ਜਾਂ ਕਿਹੜੇ ਲੋਕ ਸੀ, ਉਹਦੇ ਵਾਸਤੇ ਹੁਣ ਪੁਲਿਸ ਹੋਰ ਕੀ ਕਰ ਰਹੀ ਹੈ? ਹਾਲਾਂਕਿ ਬੁਲੇਟ ਪ੍ਰੂਫ ਬਣਾਉਂਦੇ ਤੇ ਦੇਖੋ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਦਿੱਤਾ ਸਾਰਿਆਂ ਦੀ ਸਿਕਿਉਰਿਟੀ ਰਿਵਿਊ ਕੀਤੀ ਹੈ। ਦੂਸਰਾ ਪਹਿਲੂ ਹੈਗਾ ਹੈ ਕਿ ਜਿਸ ਤਰ੍ਹਾਂ ਹੁਣ ਦੇਖੋ ਇਹ ਜਿਹੜਾ ਫਰੀਦਕੋਟ ਵੀ ਇਨਸੀਡੈਂਟ ਹੋਇਆ ਹੈ ਉਹਦੇ ਵਿੱਚ ਵੀ ਆਪਣਾ ਬੰਦਾ ਵੀ ਇੰਜਰਡ ਹੋਇਆ ਹੈ ਜੀ, ਇੱਕ ਵਿੱਚ ਪੁਲਿਸ ਅਫੀਸ਼ੀਅਲ ਇੰਜਰਡ ਹੋਇਆ ਇੱਕ ਉਹਦੇ ਵਿੱਚ। ਸੋ ਉਹਨਾਂ ਨੂੰ ਹੋਰ ਜ਼ਿਆਦਾ ਸਤਰਕ ਬਣਾਉਣ ਵਾਸਤੇ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਟ੍ਰੇਨ ਵੀ ਕੀਤਾ ਜਾਵੇ। ਫਿਰ ਪ੍ਰੀਵੈਂਸ਼ਨ ਦੇ ਤਰੀਕੇ ਕਈ ਹੁੰਦੇ ਆ, ਸਿਰਫ ਇਹ ਨਹੀਂ ਕਿ ਸਿਕਿਉਰਿਟੀ ਲਾ ਦਿੱਤੀ, ਟਾਈਮਿੰਗ ਹੋਰ ਕਈ ਚੀਜ਼ਾਂ ਹੁੰਦੀਆਂ। ਸੋ ਸਾਰੇ ਪਹਿਲੂ ਜਿਹੜੇ ਦਿਖ ਜਾ ਰਹੇ ਆ ਤਾਂ ਜੋ ਦੇਖੋ ਜਿੰਨਾ ਇੰਪੋਰਟੈਂਟ ਸਿਕਿਉਰਿਟੀ ਕਰਨ ਵਾਲੇ ਦੀ ਡਿਊਟੀ ਆ ਉਨੀ ਹੀ ਥ੍ਰੈਟਨਡ ਬੰਦੇ ਦੀ ਵੀ ਨਾਲ ਹੈਗੀ। ਸੋ ਦੋਨਾਂ ਨੂੰ ਬਰੀਫ ਕੀਤਾ ਜਾ ਰਿਹਾ, ਥ੍ਰੈਟਨਡ ਨੂੰ ਵੀ ਬਰੀਫ ਕੀਤਾ ਜਾ ਰਿਹਾ, ਸਿਕਿਉਰਿਟੀ ਕਰਨ ਵਾਲੇ ਨੂੰ ਵੀ ਬਰੀਫ ਕੀਤਾ ਜਾ ਰਿਹਾ ਔਰ ਫਰਦਰ ਇਸ ਤਰ੍ਹਾਂ ਦਾ ਇੰਸੀਡੈਂਟ ਨੂੰ ਪ੍ਰੀਵੈਂਟ ਕਰਨ ਵਾਸਤੇ ਜੋ ਕਦਮ ਚੁੱਕੇ ਜਾਣੇ ਚਾਹੀਦੇ ਆ ਉਹ ਵੀ ਚੁੱਕੇ ਜਾ ਰਹੇ ਆ ਕਦਮ ਸਾਰੇ ਦੇ ਸਾਰੇ। सर सिद्धू मूसेवाला के फादर ने कोई टाइम मांगा डीसी साहब से? सर वो आ चुके ਉਹ ਮਿਲਣਗੇ ਜੀ ਸ਼ਾਇਦ ਉਹਨਾਂ ਨੂੰ ਅੱਜ ਦਾ ਟਾਈਮ ਉਹਨਾਂ ਨੇ ਮੰਗਿਆ ਸੀ ਉਹਨਾਂ ਕੋਲੋਂ। ਸੋ ਅੱਜ DGP ਸਾਹਿਬ ਨੂੰ ਮਿਲਣਗੇ। ਬਾਕੀ ਫਰਦਰ ਜੋ ਉਹਨਾਂ ਦੇ ਕੋਈ ਵੀ ਜੋ ਉਹਨਾਂ ਦੀਆਂ ਡਿਮਾਂਡਸ ਕੰਪਲੇਂਟਸ ਜੋ ਰਿਪਰੈਜ਼ੈਂਟੇਸ਼ਨ ਹੋਏਗੀ ਉਹਨੂੰ ਪੂਰੇ ਗੌਰ ਨਾਲ ਵਾਚਿਆ ਜਾਊਗਾ ਉਸ ਚੀਜ਼ ਨੂੰ। एक बार फिर से उन्होंने मनकीरत औलख जो सिंगर है उसका सवाल ਦੇਖੋ ਉਹਦੇ ਬਾਰੇ ਨਾ ਦੇਖੋ ਮੈਂ ਉਸ ਇਨਵੈਸਟੀਗੇਸ਼ਨ ਬਾਰੇ ਨਹੀਂ ਕੁਝ ਕਹਿ ਸਕਦਾ। ਉਹ ਜਿਹੜੀ ਟੀਮ ਇੱਕ ਬਣੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਹਦੇ ਬਾਰੇ ਉਹੀ ਜਾਣਕਾਰੀ ਦੇ ਸਕਦੇ ਆ ਤੁਹਾਨੂੰ। ਬਟ ਉਹਨਾਂ ਨੇ ਅੱਜ ਮਿਲਣ ਦਾ ਟਾਈਮ ਮੰਗਿਆ। ਅੱਜ ਉਹ DGP ਸਾਹਿਬ ਨੂੰ ਮਿਲਣਗੇ। ਜੋ ਵੀ ਉਹਨਾਂ ਦਾ ਗ੍ਰੀਵੈਂਸਿਸ ਰਿਪਰੈਜ਼ੈਂਟੇਸ਼ਨਸ ਹੋਣਗੀਆਂ ਉਹ ਜੋ ਐਜ਼ ਪਰ ਲਾਅ ਐਜ਼ ਪਰ ਫੈਕਟਸ ਉਹਨੂੰ ਐਗਜ਼ਾਮਿਨ ਕੀਤਾ ਜਾਊਗਾ ਉਸ ਚੀਜ਼ ਦਾ। ठीक है जी, थैंक यू। यार अब हो गया, हिंदी में क्या करना है? वाइट ही करनी है सर कुछ। ये बैठे बैठे करना। हाँ बैठे बैठे